ਸਿੱਖੀ ਆਡੀਓਪੀਡੀਆ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਮਿਰੇਕਲਸ ਦੀ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੈ ਉਹਦੇ ਬਾਰੇ ਕੁਝ ਚਰਚਾ ਅੱਗੇ ਕਰਾਂਗੇ। ਹੁਣ ਅਸੀਂ ਜਿਹੜੀਆਂ 2-3 ਵੀਡੀਓ ਅਗਲੀਆਂ ਬਣਾਵਾਂਗੇ ਉਹਦੇ ਵਿੱਚ ਅਸੀਂ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 20 ਕਰਾਮਾਤਾਂ ਜਿਹੜੀਆਂ ਨੇ ਉਹਨਾਂ ਦੀ ਪ੍ਰੋੜਤਾ ਹੋਈ ਮਿਲੀ ਹੈ। ਇਹਦੇ ਵਿੱਚ ਜਿਹੜਾ ਅਸੀਂ ਅੱਜ ਸ਼ਬਦ ਸਭ ਤੋਂ ਪਹਿਲਾਂ ਲੈ ਰਹੇ ਹਾਂ ਉਹ ਭਗਤ ਨਾਮਦੇਵ ਦਾ ਸ਼ਬਦ ਹੈ, ਜਿਹਦੇ ਵਿੱਚ 1163 ਪੰਨੇ ਦੇ ਉੱਤੇ ਇਹ ਵਰਣਨ ਕੀਤਾ ਗਿਆ ਹੈ ਕਿ ਨਾਮਦੇਵ ਜਿਸ ਨੂੰ ਆਪਣਾ ਭਗਵਾਨ ਮੰਨਦਾ ਸੀ, ਉਹਦੀ ਮੂਰਤੀ ਦੇ ਅੱਗੇ ਉਹਨੇ ਦੁੱਧ ਰੱਖਿਆ ਔਰ ਉਹਦੀ ਭਗਤੀ ਭਾਵਨਾ ਵੇਖ ਕੇ ਉਹ ਮੂਰਤੀ ਜਿਹੜੀ ਸੀ ਉਹ ਸਾਖਸ਼ਾਤ ਰੂਪ ਵਿੱਚ ਪ੍ਰਗਟ ਹੋਈ। ਭਗਵਾਨ ਪ੍ਰਗਟ ਹੋਏ ਔਰ ਉਹਨਾਂ ਨੇ ਜਿਹੜੀ ਉਹਦੀ ਸ਼ਰਧਾ ਸੀ, ਭਾਵਨਾ ਸੀ, ਉਹਨੂੰ ਸਵੀਕਾਰ ਕਰਦਿਆਂ ਸੱਚੀ ਮੁੱਚੀ ਨਾਮਦੇਵ ਦਾ ਦੁੱਧ ਜਿਹੜਾ ਸੀ ਉਹ ਪੀਤਾ। ਪਿੱਛੇ ਜੀ ਥੋੜ੍ਹੇ ਦਿਨ ਹੋਏ ਨੇ, ਇੱਕ ਦਰਬਾਰ ਸਾਹਿਬ ਦੇ ਕਥਾਵਾਚਕ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਪ੍ਰਸ਼ਾਦ ਰੱਖਦੇ ਹਾਂ ਉਹ ਪ੍ਰਸ਼ਾਦ ਸੱਚੀ ਮੁੱਚੀ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ। ਇਹ ਹੁਣ ਬਹੁਤੇ ਸਾਡੇ ਲੋਕੀ ਜਿਹੜੇ ਨੇ ਉਹ ਇਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਅਤੇ ਇਹਨੂੰ ਇੱਕ ਅੰਧ ਵਿਸ਼ਵਾਸ ਮੰਨਦੇ ਨੇ, ਔਰ ਮੈਂ ਵੀ ਇਹਨੂੰ ਅੰਧ ਵਿਸ਼ਵਾਸ ਮੰਨਦਾ ਕਿ ਇਸ ਤਰ੍ਹਾਂ ਕਦੀ ਵੀ ਪੋਸੀਬਲ ਨਹੀਂ ਹੈ। ਗੁਰੂ ਸਾਹਿਬ ਜੇ 5 ਭੂਤਕ ਉਹਨਾਂ ਦਾ ਸਰੀਰ ਇਸ ਵੇਲੇ ਨਹੀਂ ਤਾਂ ਫਿਰ ਉਹ ਪਦਾਰਥਕ ਵਸਤਾਂ ਗ੍ਰਹਿਣ ਵੀ ਨਹੀਂ ਕਰ ਸਕਦੇ, ਖਾ ਵੀ ਨਹੀਂ ਸਕਦੇ। ਪਰੰਤੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਜਿਹਾ ਸ਼ਬਦ ਹੋਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ। ਅਸੀਂ ਜਦੋਂ DAV ਸਕੂਲ ਦੇ ਵਿੱਚ ਪੜ੍ਹਦੇ ਸੀ ਅਤੇ ਉੱਥੇ ਸਾਨੂੰ ਇੱਕ ਕਥਾ ਸੁਣਾਈ ਜਾਂਦੀ ਸੀ। ਪੰਡਤ ਦਇਆਨੰਦ ਜਿਹੜੇ ਕਿ ਆਰੀਆ ਸਮਾਜ ਦੇ ਮੁਖੀ ਸਨ, ਕਿਉਂਕਿ ਉਹ ਮੂਰਤੀ ਪੂਜਾ ਦੇ ਵਿਰੋਧੀ ਸਨ, ਅਤੇ ਉਹਨਾਂ ਬਾਰੇ ਇੱਕ ਕਥਾ ਸੁਣਾਈ ਜਾਂਦੀ ਸੀ ਸਾਨੂੰ ਬੱਚਿਆਂ ਨੂੰ ਸਕੂਲ ਦੇ ਵਿੱਚ ਕਿ ਉਹਨਾਂ ਦੇ ਜਿਹੜੇ ਪਿਤਾ ਸਨ ਉਹ ਸ਼ਿਵ ਜੀ ਦੇ ਭਗਤ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਸ਼ਿਵ ਜੀ ਦੀ ਆਰਾਧਨਾ ਹੁੰਦੀ ਸੀ ਅਤੇ ਸ਼ਿਵ ਜੀ ਦੀ ਮੂਰਤੀ ਵੀ ਸੀ। ਤਾਂ ਇੱਕ ਵਾਰੀ ਜਿਹੜਾ ਉਹਨਾਂ ਦੇ ਪਿਤਾ ਜੀ ਨੇ ਕਿਤੇ ਬਾਹਰ ਜਾਣਾ ਸੀ ਤਾਂ ਉਹ ਦਇਆਨੰਦ ਦੀ ਇਹ ਡਿਊਟੀ ਲਾ ਗਏ ਕਿ ਬਈ ਮੇਰੇ ਪਿੱਛੋਂ ਮੂਰਤੀ ਦੀ ਜੋ ਪੂਜਾ ਅਰਚਨਾ ਹੈ ਉਹ ਤੂੰ ਕਰਨੀ ਹੈ। ਉਹ ਸਨਾਤਨੀ ਸਨ। ਤਾਂ ਦਇਆਨੰਦ ਜੀ ਨੇ ਮਤਲਬ ਆਪਣੇ ਪਿਤਾ ਦੀ ਆਗਿਆ ਮੰਨਦਿਆਂ ਸਵੇਰੇ ਉਸੇ ਤਰ੍ਹਾਂ ਭਗਵਾਨ ਦੇ ਸਾਹਮਣੇ ਪ੍ਰਸਤੁਤ ਹੋ ਕੇ ਉਹਨਾਂ ਦੀ ਪੂਜਾ ਕੀਤੀ, ਅਰਚਨਾ ਕੀਤੀ ਅਤੇ ਪ੍ਰਸ਼ਾਦ ਰੱਖਿਆ ਔਰ ਇਹ ਤਵੱਕੋਂ ਕੀਤੀ ਕਿ ਸ਼ਾਇਦ ਉਹ ਪ੍ਰਸ਼ਾਦ ਜਿਹੜਾ ਭਗਵਾਨ ਆ ਕੇ ਖਾਣਗੇ। ਪਰੰਤੂ ਮੂਰਤੀ ਜਿਹੜੀ ਹੈ ਉਹ ਮੂਰਤੀ ਹੁੰਦੀ ਹੈ, ਪੱਥਰ ਹੁੰਦਾ ਹੈ। ਤੋ ਬਹੁਤ ਦੇਰ ਵੇਟ ਕਰਦੇ ਰਹੇ ਤਾਂ ਭਗਵਾਨ ਤਾਂ ਆਏ ਨਹੀਂ ਅਤੇ ਬਾਅਦ 'ਚ ਇੱਕ ਚੂਹਾ ਉੱਥੇ ਆ ਗਿਆ ਅਤੇ ਚੂਹੇ ਨੇ ਭੋਗ ਵੀ ਲਾ ਲਿਆ ਪ੍ਰਸ਼ਾਦ ਨੂੰ ਅਤੇ ਉਹ ਭਗਵਾਨ ਦੀ ਮੂਰਤੀ ਦੇ ਉੱਪਰ ਚੜ੍ਹ ਵੀ ਗਿਆ। ਜਦੋਂ ਉਹਨੇ ਇਹ ਦ੍ਰਿਸ਼ ਵੇਖਿਆ ਤਾਂ ਸਵਾਮੀ ਦਇਆਨੰਦ ਨੂੰ ਇਹ ਗੱਲ ਸਮਝ ਆ ਗਈ ਕਿ ਜੇ ਇਹ ਸੱਚਮੁੱਚ ਭਗਵਾਨ ਹੁੰਦਾ ਮੂਰਤੀ ਤਾਂ ਇਹ ਭੋਗ ਵੀ ਲਾਉਂਦਾ ਅਤੇ ਇਹਦੇ ਉੱਪਰ ਚੂਹਾ ਨਹੀਂ ਸੀ ਚੜ੍ਹ ਸਕਦਾ, ਇਹ ਆਪਣਾ ਬਚਾਅ ਕਰਦਾ। ਉਹ ਬਾਲ ਮਨ ਸੀ ਉਹਦਾ, ਔਰ ਉਹਨੇ ਇੱਕ ਸਬਕ ਲੈ ਲਿਆ ਅਤੇ ਫਿਰ ਸਾਰੀ ਉਮਰ ਸਵਾਮੀ ਦਇਆਨੰਦ ਨੇ ਮੂਰਤੀ ਪੂਜਾ ਦੇ ਵਿਰੁੱਧ ਪ੍ਰਚਾਰ ਕੀਤਾ। ਕਈ ਮੁਸਲਮਾਨ ਭਰਾਵਾਂ ਨੂੰ ਇਹ ਗੱਲ ਸ਼ਾਇਦ ਨਹੀਂ ਪਤਾ ਹੋਏਗੀ ਕਿ ਜਿਹੜਾ ਸਵਾਮੀ ਦਇਆਨੰਦ ਸੀ
ਇਹਨੇ ਮੂਰਤੀ ਪੂਜਾ ਦਾ ਬਹੁਤ ਵਿਰੋਧ ਕੀਤਾ ਸੀ ਔਰ ਇਹਨੇ ਕਿਹਾ ਸੀ ਕਿ ਇਹ ਸਾਡੇ ਧਰਮ ਦਾ ਅੰਗ ਨਹੀਂ ਹੈ ਜਿਹੜਾ ਹੁਣ ਹਿੰਦੂ ਮੰਨ ਰਹੇ ਨੇ। ਖੈਰ, ਬਿਲਕੁਲ ਸਿਮਿਲਰ ਜਿਹੜੀ ਸਾਖੀ ਹੈ ਸਾਡੇ ਗੁਰਦੁਆਰਿਆਂ ਦੇ ਵਿੱਚ ਸੁਣਾਈ ਜਾਂਦੀ ਹੈ ਕਿ ਭਗਤ ਨਾਮਦੇਵ ਦੇ ਪਿਤਾ ਜਿਹੜੇ ਸੀ ਉਹਦੀ ਡਿਊਟੀ ਲਾ ਗਏ ਸੀ ਕਿ ਮੇਰੇ ਮਗਰੋਂ ਮੂਰਤੀ ਦੀ ਸੇਵਾ ਕਰਨੀ ਹੈ, ਭਗਵਾਨ ਦੀ ਸੇਵਾ ਕਰਨੀ ਹੈ। ਪਰੰਤੂ ਇਹ ਭੋਲੇ ਭਾਏ ਜਾ ਕੇ ਦੁੱਧ ਲੈ ਕੇ ਪੇਸ਼ ਹੋਇਆ ਮੂਰਤੀ ਦੇ ਅੱਗੇ, ਭਗਵਾਨ ਦੇ ਅੱਗੇ, ਬੜੀ ਪੂਜਾ ਕੀਤੀ, ਤਰਲੇ ਲਏ ਕਿ ਆ ਕੇ ਦੁੱਧ ਪੀ ਲਓ। ਅਤੇ ਜਦੋਂ ਭਗਵਾਨ ਨਹੀਂ ਆਏ ਤਾਂ ਇਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇ ਤੁਸੀਂ ਦੁੱਧ ਨਾ ਪੀਤਾ ਤਾਂ ਮੇਰੇ ਪਿਤਾ ਜੀ ਆ ਕੇ ਮੈਨੂੰ ਗੁੱਸੇ ਹੋਣਗੇ, ਸੋ ਕਿਰਪਾ ਕਰਕੇ ਪ੍ਰਗਟ ਹੋਵੋ ਅਤੇ ਇਹ ਦੁੱਧ ਪੀਓ। ਤੋ ਜਿਹੀ ਸਥਿਤੀ ਦੇ ਵਿੱਚ ਭਗਵਾਨ ਨੇ ਦੇਖਿਆ ਕਿ ਜਦੋਂ ਇਹਦੀ ਸ਼ਰਧਾ ਸੱਚੀ ਹੈ, ਇਹਦਾ ਮਨ ਸੱਚਾ, ਪ੍ਰੇਮ ਨਾਲ ਭਰਿਆ, ਭਗਤੀ ਨਾਲ ਭਰਿਆ, ਤਾਂ ਭਗਵਾਨ ਜਿਹੜੇ ਨੇ ਉਹ ਪ੍ਰਗਟ ਹੋ ਕੇ ਉਹਨਾਂ ਨੇ ਦੁੱਧ ਪੀਤਾ। ਇਹ ਸ਼ਬਦ 1163 ਪੰਨੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਹੁਣ ਜੇ ਅਸੀਂ ਇਹਦੀ ਚਰਚਾ ਕਰੀਏ ਤਾਂ ਅੱਜ ਦੇ ਸਿੱਖਾਂ ਵਾਸਤੇ ਇਹ ਬੜੀ ਵੱਡੀ ਮੁਸ਼ਕਲ ਬਣ ਜਾਏਗੀ ਕਿ ਘੱਟੋ ਘੱਟ ਗੁਰਬਾਣੀ ਦਾ ਇਹ ਸ਼ਬਦ ਇਸ ਗੱਲ ਦੇ ਉੱਤੇ ਮੋਹਰ ਲਾਉਂਦਾ ਹੈ ਕਿ ਜੇ ਸ਼ਰਧਾ ਦੇ ਨਾਲ ਪੱਥਰ ਨੂੰ ਹੀ ਪੂਜੀਏ ਤਾਂ ਉਹ ਜਿਹੜਾ ਭਗਵਾਨ ਦਾ ਸਾਕਸ਼ਾਤ ਰੂਪ ਹੋ ਜਾਂਦਾ ਹੈ। ਪਰੰਤੂ ਦਇਆਨੰਦ ਨਹੀਂ ਮੰਨਦਾ। ਅਤੇ ਇਸੇ ਤਰੀਕੇ ਨਾਲ ਇਹੋ ਜਿਹੀਆਂ ਜਿਹੜੀਆਂ ਬਹੁਤ ਸਾਰੀਆਂ ਸਾਖੀਆਂ, ਕਥਾਵਾਂ ਸਮੇਂ-ਸਮੇਂ ਬਣਦੀਆਂ ਰਹੀਆਂ ਕਿ ਇਸ ਤਰ੍ਹਾਂ ਹੋਇਆ। ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ ਕਿ ਭਗਤ ਨਾਮਦੇਵ ਦਾ ਇਹ ਸ਼ਬਦ 13ਵੀਂ ਸਦੀ ਦੇ ਵਿੱਚ ਉਚਾਰਨ ਕੀਤਾ, ਵੱਧ ਤੋਂ ਵੱਧ 14ਵੀਂ ਸਦੀ ਦੇ ਵਿੱਚ ਉਚਾਰਨ ਕੀਤਾ ਹੋਏਗਾ। ਔਰ ਅੱਜ ਕਿਉਂ ਨਹੀਂ ਕਿਤੇ ਇਹ ਗੱਲ ਪ੍ਰਗਟ ਹੁੰਦੀ ਕਿ ਫਲਾਣੀ ਥਾਂ 'ਤੇ ਕਿਸੇ ਭਗਤ ਨੇ ਸ਼ਰਧਾ ਨਾਲ, ਪ੍ਰੇਮ ਨਾਲ, ਭਾਵਨਾ ਨਾਲ ਭਗਤੀ ਕੀਤੀ ਤਾਂ ਭਗਵਾਨ ਜਿਹੜੇ ਨੇ ਉੱਥੇ ਪ੍ਰਗਟ ਹੋ ਗਏ। ਅੱਜ ਇਸ ਤਰ੍ਹਾਂ ਨਹੀਂ ਹੋਏਗਾ। ਉਹਦਾ ਕਾਰਨ ਹੈ ਕਿ ਹਰ ਥਾਂ 'ਤੇ ਅੱਜ ਕੈਮਰੇ ਲੱਗੇ ਨੇ। ਜੇ ਇਸ ਤਰ੍ਹਾਂ ਹੋਏਗਾ ਤਾਂ ਉਹ ਸਾਰੀ ਜਿਹੜੀ ਗੱਲ ਹੈ ਉਹ ਪ੍ਰਗਟ ਹੋ ਜਾਏਗੀ, ਉਹਦਾ ਸਬੂਤ ਬਣ ਜਾਏਗਾ। ਪਰ ਹੁਣ ਜਿਹੜਾ ਭਗਵਾਨ ਨੇ ਆਪਣੇ ਆਪ ਨੂੰ ਸਮੇਟ ਲਿਆ, 13ਵੀਂ ਸਦੀ 'ਚ ਆ ਜਾਂਦਾ ਸੀ, 14ਵੀਂ ਸਦੀ 'ਚ ਆ ਜਾਂਦਾ ਸੀ, ਅਤੇ ਹੁਣ ਜਦੋਂ ਦੇ ਇਹ ਕੈਮਰੇ ਆ ਗਏ ਨੇ, ਹੁਣ ਭਗਵਾਨ ਜੀ ਜਿਹੜੇ ਨੇ ਉਹ ਸਾਹਮਣੇ ਨਹੀਂ ਆਉਂਦੇ। ਤੋ ਅਗਲਾ ਸ਼ਬਦ ਇੱਕ ਹੋਰ ਲਵਾਂਗੇ, ਉਹ ਵੀ ਭਗਤ ਨਾਮਦੇਵ ਜੀ ਦਾ ਹੋਏਗਾ ਕਿ ਉਹਨਾਂ ਨੂੰ ਭਗਵਾਨ ਕਿਵੇਂ ਆ ਕੇ ਮਿਲੇ ਅਤੇ ਭਗਵਾਨ ਨੇ ਕਿਵੇਂ ਉਹਨਾਂ ਦੇ ਉੱਤੇ ਕਿਰਪਾ ਕੀਤੀ, ਉਹਨਾਂ ਦੀ ਜਾਨ ਬਚਾਈ ਔਖੇ ਵੇਲੇ। ਔਰ ਇਹ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ, ਕਿਸੇ ਕਹਾਣੀਆਂ ਦੀਆਂ ਕਿਤਾਬਾਂ 'ਚ ਨਹੀਂ। ਥੈਂਕ ਯੂ।